रंग कर तार दे, रंग कर तार दे, रंग कर तार दे, रंग कर तार दे। ऐसी लाल तुद बिन कौन करे, गरीब नवाज गुसैया मेरा माथे छतर तरे। गरीब नवाज सच्चे पातशाह ऐसी बल बुद्धि समर्था बख्शिश करो, दसां नौहां दी किरत करदियां नाम जपां साध संगत दी सेवा कर सकां। सतनाम 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 श्री वाहिगुरू। बापू जी जल्दी करो नहीं तो मैं लेट हो जाना। ਸਰਬੱਤ ਦਾ ਹੀ ਭਲਾ ਕਰੀ ਸਤਿਗੁਰੂ, ਸਰਬੱਤ ਦਾ ਹੀ ਭਲਾ ਕਰੀ, ਸਰਬੱਤ ਦਾ ਹੀ ਭਲਾ ਕਰੀ। ਸਿਮਰਨ ਪੁੱਤ ਅੱਜ ਜਲਦੀ ਤਿਆਰ ਹੋ ਗਈ? ਜਲਦੀ ਕਿੱਥੇ, ਆਪਣੀ ਘੜੀ ਦੇਖੋ ਪਹਿਲੇ। ਪੂਜਾ ਪਾਠ ਵਿੱਚ ਤੇ ਤੁਸੀਂ ਦੀਨ ਦੁਨੀਆ ਦੀ ਸੁੱਧ ਬੁੱਧ ਭੁੱਲ ਬਹਿੰਦੇ ਹੋ, ਤੇ ਤੁਹਾਨੂੰ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਕਿ ਕੁੜੀ ਸਕੂਲ ਤੋਂ ਲੇਟ ਹੋ ਰਹੀ ਆ। ਇਹ ਵੀ ਨਹੀਂ ਯਾਦ ਰਹਿੰਦਾ ਕਿ ਤੁਸੀਂ ਆਪ ਵੀ ਫੈਕਟਰੀ ਤੋਂ ਲੇਟ ਹੋ ਰਹੇ ਜੇ। ਸਿਮਰਨ ਦੀ ਮਾਂ, ਅੱਜ ਸਾਡੇ ਕੋਲ ਜੋ ਕੁਝ ਵੀ ਹੈ ਸਭ ਗੁਰੂ ਮਹਾਰਾਜ ਦੀ ਕਿਰਪਾ ਹੈ। ਨਾਲੇ ਗੁਰਬਾਣੀ ਕਹਿੰਦੀ ਹੈ, ਸੋ ਕਿਉਂ ਵਿਸਰੇ ਮੇਰੀ ਮਾਈ, ਜਿੰਨੀ ਸਭ ਕੁਛ ਦਿਆ, ਜਿੰਨੀ ਸਭ ਕੁਛ बापू जी चलिए नहीं तो मैं लेट हो जाना। ਹਾਂ ਹਾਂ ਪੁੱਤ, ਆਪਾਂ ਲੇਟ ਹੋ ਰਹੇ ਆ। ਤੇਰੀ ਮਾਂ ਵੀ ਬਸ ਨਾ ਐਵੇਂ ਗੱਲਾਂ ਚਲਾ ਲੈਂਦੀ ਆ। ਚਿੰਤਾ ਨਾ ਕਰ, ਆਪਾਂ 10 ਮਿੰਟਾਂ 'ਚ ਸਕੂਲ ਪਹੁੰਚ ਜਾਣਾ। ਚੱਲ ਤਾਂ ਮੇਰਾ ਪੁੱਤ। बाय माँ। ਤੂੰ ਪੂਰਾ ਮਨ ਲਗਾ ਕੇ ਪੜਿਆ ਕਰ, ਇਸ ਵਾਰੀ ਵੀ ਫਸਟ ਆਉਣਾ। हाँ जी बापू जी। ਸਿਮਰਨ ਪੁੱਤ, ਇੱਕ ਗੱਲ ਦੱਸ, ਤੂੰ ਵੱਡੀ ਹੋ ਕੇ ਕੀ ਬਣਨਾ? बापू जी मैं ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਆ। ਵਾਹ, ਡਾਕਟਰ? ਪਰ ਡਾਕਟਰ ਹੀ ਕਿਉਂ? ਮਾਸਟਰ ਜੀ ਦੱਸਦੇ ਸੀ, ਆਪਣੇ ਦੇਸ਼ 'ਚ ਲੱਖਾਂ ਗਰੀਬ ਲੋਕ ਪੈਸੇ ਨਾ ਹੋਣ ਕਰਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ। ਮੈਂ ਡਾਕਟਰ ਬਣ ਕੇ ਉਹਨਾਂ ਦਾ ਮੁਫਤ ਇਲਾਜ ਕਰੂੰਗੀ। ਬੱਲੇ ਮੇਰੀ ਸਿਆਣੀ ਧੀ, ਇੰਨੀ ਗੱਲ ਕਹਿ ਕੇ ਤੂੰ ਮੇਰੀ ਰੂਹ ਖੁਸ਼ ਕਰ ਦਿੱਤੀ। ਤੂੰ ਫਿਕਰ ਨਾ ਕਰ, ਮੈਂ ਤੈਨੂੰ ਦਿਨ ਰਾਤ ਮਿਹਨਤ ਕਰਕੇ ਡਾਕਟਰ ਜ਼ਰੂਰ ਬਣਾਵਾਂਗਾ। ਬਾਪੂ ਜੀ ਲੱਗਦਾ ਮੇਰੇ ਮਾਸਟਰ ਜੀ ਆ ਰਹੇ ਨੇ। ਸਤਿ ਸ਼੍ਰੀ ਅਕਾਲ ਸਤਨਾਮ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਸਿਮਰਨ। ਹੋਰ ਸਤਨਾਮ ਜੀ, ਕੀ ਹਾਲ ਆ ਤੁਹਾਡਾ? ਸਭ ਠੀਕ ਠਾਕ ਹੈ, ਕਿਰਪਾ ਉਸ ਮਾਲਕ ਦੀ। ਬਸ ਕਿਰਪਾ ਬਣਾਈ ਰੱਖੇ ਮਾਲਕ ਇਦਾਂ ਹੀ। ਸਿਮਰਨ ਪੁੱਤਰ ਲੱਗਦਾ ਲੇਟ ਨਹੀਂ ਹੋ ਗਿਆ ਅੱਜ? ਹਾਂਜੀ, ਮੇਰੇ ਕਰਕੇ ਥੋੜਾ ਕਵੇਲਾ ਹੋ ਗਿਆ, ਇਹ ਤਾਂ ਟਾਈਮ ਨਾਲ ਹੀ ਤਿਆਰ ਸੀ। ਕੋਈ ਗੱਲ ਨਹੀਂ, ਜੇ ਤੁਸੀਂ ਕਹੋ ਤਾਂ ਮੈਂ ਲੈ ਜਾਣਾ ਸਕੂਲ ਸਿਮਰਨ ਨੂੰ। ਬਾਈਕ ਤੇ ਟਾਈਮ ਨਾਲ ਪਹੁੰਚ ਜਾਵਾਂਗੇ। ਇਹ ਵੀ ਠੀਕ ਹੈ ਜੀ, ਧੰਨਵਾਦ ਤੁਹਾਡਾ। ਧੰਨਵਾਦ ਦੀ ਕੋਈ ਗੱਲ ਨਹੀਂ ਸਤਨਾਮ ਜੀ, ਚੰਗਾ ਹੋਇਆ ਅੱਜ ਤੁਹਾਡੇ ਨਾਲ ਮੁਲਾਕਾਤ ਹੋ ਗਈ। ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਵੀ ਕਰਨੀ ਸੀ। ਕੀ ਹੋਇਆ ਮਾਸਟਰ ਜੀ, ਕੁਛ ਕਹਿ ਸਿਮਰਨ ਦੀ? ਉਹ ਨਾ ਜੀ ਨਾ, ਮੈਂ ਤਾਂ ਸਿਮਰਨ ਦੀ ਸਿਫਤ ਕਰਨੀ ਸੀ। ਤੁਸੀਂ ਤਾਂ ਭਾਗਾਂ ਵਾਲੇ ਹੋ ਜੋ ਇੰਨੀ ਲਾਇਕ ਤੇ ਸਿਆਣੀ ਔਲਾਦ ਮਿਲੀ ਏ। ਕਲਾਸ ਵਿੱਚ ਕੋਈ ਵੀ ਸਵਾਲ ਹੋਵੇ, ਸਭ ਤੋਂ ਪਹਿਲਾਂ ਤੇ ਵਧੀਆ ਜਵਾਬ ਸਿਮਰਨ ਦਾ ਹੁੰਦਾ ਏ, ਤੇ ਪੜ੍ਹਾਈ ਤੋਂ ਇਲਾਵਾ ਹਰ ਐਕਟੀਵਿਟੀ 'ਚ ਸਿਮਰਨ ਅੱਗੇ ਰਹਿੰਦੀ ਏ। ਮੈਂ ਤਾਂ ਤੁਹਾਨੂੰ ਇਹ ਕਹਿਣਾ ਸੀ, ਵੱਧ ਤੋਂ ਵੱਧ ਪੜ੍ਹਾਇਓ ਸਿਮਰਨ ਨੂੰ, ਇਹ ਜ਼ਰੂਰ ਤੁਹਾਡਾ ਨਾਮ ਰੋਸ਼ਨ ਕਰੇਗੀ। ਮਾਸਟਰ ਜੀ, ਸਿਮਰਨ ਜੋ ਕੁਝ ਵੀ ਹੈ ਸਭ ਤੁਹਾਡੀ ਬਦੌਲਤ ਹੈ। ਮੈਂ ਵੀ ਚਾਹਨਾ ਇਹਦਾ ਹਰ ਸੁਪਨਾ ਪੂਰਾ ਕਰਾਂ। ਬਾਪੂ ਜੀ, ਮਾਸਟਰ ਜੀ ਆਪਾਂ ਲੇਟ ਨਹੀਂ ਹੋ ਰਹੇ? ਉਹ ਹਾਂ, ਮੈਨੂੰ ਤਾਂ ਗੱਲਾਂ 'ਚ ਚੇਤਾ ਹੀ ਭੁੱਲ ਗਿਆ। ਦੇਖਿਆ ਸਤਨਾਮ ਜੀ, ਕਿੰਨੀ ਸਿਆਣੀ ਹੈ ਸਿਮਰਨ, ਸਭ ਕੁਝ ਯਾਦ ਰਹਿੰਦਾ ਇਹਨੂੰ। ਚੰਗਾ ਫੇ ਅਸੀਂ ਚੱਲਦੇ ਹਾਂ। ਬਹਿ ਜਾ ਸਿਮਰਨ ਪੁੱਤਰ। ਕੀ ਗੱਲ, ਅੱਜ ਚਾਹ ਨਹੀਂ ਪੀਣੀ? ਬਸ 2 ਮਿੰਟ ਚੱਲਦੇ ਹਾਂ।
ਕੀ ਹਾਲ ਆ ਬਈ ਸਤਨਾਮ ਸਿਆ? ਜੀ ਸਭ ਠੀਕ ਠਾਕ ਹੈ, ਕਿਰਪਾ ਹੈ ਉਸ ਪਰਮਾਤਮਾ ਦੀ। ਸਤਨਾਮ ਸਿਆ, ਮੈਂ ਤੈਨੂੰ ਪਹਿਲਾਂ ਵੀ ਕਈ ਵਾਰੀ ਕਿਹਾ, ਓਏ ਕੋਈ ਕਿਰਪਾ ਕੁਰਪਾ ਨਹੀਂ ਹੁੰਦੀ ਤੇ ਨਾ ਹੀ ਇਸ ਦੁਨੀਆ ਦੇ ਵਿੱਚ ਕੋਈ ਰੱਬ ਰੂਬ ਹੈ। ਮਾਲਕੋ, ਇਸ ਤਰ੍ਹਾਂ ਨਹੀਂ ਕਹੀਦਾ। ਅੱਛਾ, ਤੇ ਤੂੰ ਸਮਝਾਉਂਗਾ ਮੈਨੂੰ? ਤੂੰ ਸਮਝਾਉਂਗਾ ਮੈਨੂੰ ਕਿ ਮੈਂ ਕੀ ਕਹਿਣਾ ਤੇ ਕੀ ਨਹੀਂ ਕਹਿਣਾ? ਨਾ ਨਾ ਮਾਲਕੋ, ਮੇਰੀ ਕੀ ਔਕਾਤ ਕਿ ਤੁਹਾਨੂੰ ਕੁਝ ਸਮਝਾਵਾਂ। ਫਿਰ ਅੱਗੇ ਤੋਂ ਮੇਰੇ ਸਾਹਮਣੇ ਜਾਂ ਇਸ ਫੈਕਟਰੀ ਦੇ ਵਿੱਚ ਕਿਸੇ ਰੱਬ ਰੂਪ ਦਾ ਨਾਮ ਨਾ ਲਵੀਂ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਸਾਰਾ ਮੂਡ ਖਰਾਬ ਕਰਕੇ ਰੱਖ ਦਿੱਤਾ। ਤੁਸੀਂ ਇੱਥੇ ਕੀ ਕਰਦੇ ਪਏ ਹੋ? ਅਸੀਂ ਤਾਂ ਜੀ ਚਾਹ ਪੀਣ ਚੱਲੇ ਸੀ। ਤੇ ਜਾਓ ਫਿਰ ਪੀਓ ਜਾ ਕੇ ਚਾਹ, ਨਾਲੇ ਇਹਨੂੰ ਵੀ ਲੈ ਜਾਓ ਵੱਡੇ ਭਗਤ ਨੂੰ। ਸੱਚ ਕਹਿੰਦੇ ਨੇ ਯਾਰ ਕਿ ਜ਼ਿਆਦਾ ਪੈਸਾ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਇਹ ਸਭ ਸਤਿਗੁਰਾਂ ਦੀ ਲੀਲਾ ਹੈ ਪਾਲੀ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾ ਉਹਨੂੰ ਕੋਈ ਪਛਾਣ ਨਹੀਂ ਸਕਦਾ। ਜਿੱਦਣ ਮਾਲਕਾਂ ਦੀ ਕਿਰਪਾ ਹੋ ਗਈ, ਉਹ ਵੀ ਪਛਾਣ ਜਾਣਗੇ। ਭਾਈ ਸਾਹਿਬ, ਅਨਾਥ ਆਸ਼ਰਮ ਲਈ ਕੁਛ ਦਾਨ ਦਿਓ, ਪਰਮਾਤਮਾ ਤੁਹਾਡਾ ਭਲਾ ਕਰੇ। ਬਾਬਾ ਮਾਫ ਕਰ, ਸਾਡਾ ਤਾਂ ਪਹਿਲਾਂ ਹੀ ਬਹੁਤ ਮੂਡ ਖਰਾਬ ਆ। ਕੋਈ ਨਾ ਵੀਰ ਜੀ, ਰੱਬ ਤੁਹਾਡਾ ਭਲਾ ਆ ਕਰੇ। ਰੁਕੀ ਰੁਕੀ ਯਾਰ, ਦਿਨਾ ਕੁਛ ਆ ਲਓ, ਆ ਫੜੋ ਤੁਸ਼ਪੇਟ। ਪਰਮਾਤਮਾ ਤੁਹਾਡਾ ਭਲਾ ਕਰੇ, ਤੁਹਾਨੂੰ ਸਦਾ ਹੀ ਖੁਸ਼ ਰੱਖੇ। ਵੀਰ ਇੱਕ ਗੱਲ ਕਹਾਂ, ਤੈਨੂੰ ਦੇਖ ਕੇ ਬਹੁਤ ਹੌਸਲਾ ਹੁੰਦਾ ਸਾਨੂੰ। ਕਿੰਨਾ ਹਿੰਮਤੀ ਬੰਦਾ ਹੈ ਵੀਰ। ਮੈਂ ਤੈਨੂੰ ਕਈ ਵਾਰੀ ਅਨਾਥ ਆਸ਼ਰਮ ਦੇਖਿਆ। ਦੋਵੇਂ ਲੱਤਾਂ ਖਰਾਬ ਹੋਣ ਦੇ ਬਾਵਜੂਦ ਤੂੰ ਬੇਸਹਾਰਾ ਲੋਕਾਂ ਦੀ ਸੇਵਾ ਕਰਦਾ ਹੈ। ਆਪਣੇ ਨਾਲ ਨਾਲ ਦੂਜੇ ਬੇਸਹਾਰਾ ਲੋਕਾਂ ਦਾ ਵੀ ਢਿੱਡ ਭਰਦਾ ਹੈ। ਕੀ ਗੱਲ ਹੋਈ ਵੀਰ ਜੀ, ਮੈਂ ਕੋਈ ਗਲਤ ਕਹਿਤਾ? ਤੁਸੀਂ ਕੁਝ ਗਲਤ ਨਹੀਂ ਕਿਹਾ। ਮੈਨੂੰ ਤਾਂ ਆਪਣੀ ਲਾਚਾਰੀ ਤੇ ਰੋਣਾ ਆਉਂਦਾ। ਯਾਦ ਆ ਜਾਂਦਾ ਕਿਵੇਂ ਇੱਕ ਐਕਸੀਡੈਂਟ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖਤੀ। ਕਿਵੇਂ ਹੋਇਆ ਇਹ ਸਭ? ਕਿਸੇ ਵੇਲੇ ਸਾਡਾ ਵੀ ਹੱਸਦਾ ਖੇਡਦਾ ਪਰਿਵਾਰ ਸੀ। ਮੇਰਾ ਕੰਮਕਾਰ ਬਹੁਤ ਵਧੀਆ ਚੱਲਦਾ ਸੀ। ਬੇਬੇ ਬਾਪੂ ਬਜ਼ੁਰਗ ਹੋਣ ਕਰਕੇ ਛੋਟੇ ਭਰਾ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੀ ਸੀ। ਮੈਂ ਉਹਨੂੰ ਪੜ੍ਹਾਇਆ ਲਿਖਾਇਆ, ਆਪਣੇ ਪੈਰਾਂ ਤੇ ਖੜੇ ਹੋਣ ਦੇ ਕਾਬਿਲ ਕੀਤਾ। ਉਹਦੀ ਹਰ ਖੁਆਇਸ਼ ਪੂਰੀ ਕੀਤੀ ਮੈਂ। ਮੇਰਾ ਵਿਆਹ ਵੀ ਹੋਣ ਵਾਲਾ ਸੀ, ਪਰ ਫਿਰ ਇੱਕ ਦਿਨ ਅਚਾਨਕ ਇੱਕ ਐਕਸੀਡੈਂਟ ਵਿੱਚ ਮੈਂ ਦੋਵਾਂ ਪੈਰਾਂ ਤੋਂ ਅਪਾਹਜ ਹੋ ਗਿਆ। ਮੇਰਾ ਕੰਮਕਾਰ ਵੀ ਛੁੱਟ ਗਿਆ। ਉਸ ਐਕਸੀਡੈਂਟ ਨੇ ਮੈਨੂੰ ਲਾਚਾਰ ਤੇ ਮਜਬੂਰ ਬਣਾ ਦਿੱਤਾ। ਮੇਰੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਬੇਬੇ ਦੀ ਵੀ ਡੈਥ ਹੋ ਗਈ। ਫਿਰ ਕੁਝ ਸਮੇਂ ਬਾਅਦ ਮੈਂ ਤੇ ਬਾਪੂ ਨੇ ਸਲਾਹ ਕੀਤੀ ਕਿ ਛੋਟੇ ਦਾ ਵਿਆਹ ਕਰ ਦਿੰਨੇ ਆ, ਸ਼ਾਇਦ ਫਿਰ ਘਰ 'ਚ ਖੁਸ਼ੀਆਂ ਪਰਤ ਆਉਣ। ਅਸੀਂ ਬੜੇ ਚਾਵਾਂ ਤੇ ਰੀਝਾਂ ਨਾਲ ਛੋਟੇ ਦਾ ਵਿਆਹ ਕਰਤਾ। ਫਿਰ ਕੀ ਹੋਇਆ ਵੀਰ? ਵਿਆਹ ਤੋਂ ਬਾਅਦ 1-2 ਮਹੀਨੇ ਤਾਂ ਸਭ ਕੁਝ ਸਹੀ ਚੱਲਦਾ ਰਿਹਾ, ਪਰ ਫਿਰ ਇੱਕ ਦਿਨ ਅਚਾਨਕ ਬਾਪੂ ਜੀ, ਤੁਸੀਂ ਹੁਣ ਇਸ ਘਰ 'ਚ ਨਹੀਂ ਰਹਿ ਸਕਦੇ। ਉਹ ਕੀ ਗੱਲ ਹੋਈ ਪੁੱਤਰਾ? ਇਹ ਤੂੰ ਕੀ ਕਹਿਣਾ? ਤੁਸੀਂ ਦੋਨੋਂ ਆਪਣਾ ਰਹਿਣ ਦਾ ਕਿਤੇ ਇੰਤਜ਼ਾਮ ਕਰ ਲਓ। ਰਹਿਣ ਦਾ ਇੰਤਜ਼ਾਮ ਕਰ ਲਓ? ਕੀ ਮਤਲਬ ਹੈ ਤੇਰਾ? ਮਤਲਬ ਇਹ ਕਿ ਬਹੁਤ ਖਵਾਤੀਆਂ ਰੋਟੀਆਂ ਤੁਹਾਨੂੰ ਦੋਨਾਂ ਵੇਲੜਾਂ ਨੂੰ। ਅਸੀਂ ਇੱਥੇ ਕੋਈ ਆਸ਼ਰਮ ਥੋੜਾ ਖੋਲ ਰੱਖਿਆ ਆ ਜਿਹੜਾ ਹਰ ਰੋਜ਼ ਬੁੱਢੇ ਤੇ ਪਾਜਾਂ ਦੀ ਸੇਵਾ 'ਚ ਲੱਗੇ ਰਹੀਏ। ਇਹ ਘਰ ਸਾਡਾ ਵੀ ਆ, ਤੁਸੀਂ ਸਾਨੂੰ ਏਦਾਂ ਨਹੀਂ ਕਰ ਸਕਦੇ। ਆਹ ਦੇਖੋ, ਕਾਨੂੰਨੀ ਤੌਰ ਤੇ ਸਾਰੀ ਜਾਇਦਾਦ ਮੇਰੇ ਨਾਮ ਤੇ ਹੈ, ਤੁਹਾਡਾ ਕੁਝ ਨਹੀਂ ਇੱਥੇ। ਉਹ ਕੁਝ ਤਾਂ ਖੌਫ ਕਰੋ ਰੱਬ ਦਾ। ਮੈਂ ਅਪਾਜ ਇਸ ਬਜ਼ੁਰਗ ਬਾਪੂ ਨੂੰ ਲੈ ਕੇ ਕਿੱਥੇ ਜਾਊਂਗਾ? ਹੁਣ ਤਾਂ ਮੈਂ ਕੋਈ ਕੰਮ ਵੀ ਨਹੀਂ ਕਰ ਸਕਦਾ। ਸਾਨੂੰ ਨਹੀਂ ਪਤਾ, ਜਿੱਥੇ ਮਰਜ਼ੀ ਜਾਓ ਪਰ ਇੱਥੋਂ ਨਿਕਲੋ। ਨਾਲੇ ਹਾਂ, ਜੇ ਕੰਮ ਨਹੀਂ ਕਰ ਸਕਦਾ ਮੰਗ ਤਾਂ ਸਕਦਾ ਹੀ ਆ ਨਾ। ਰੰਗ ਕਰ ਤਾਰ ਦੇ, ਰੰਗ ਕਰ ਤਾਰ ਦੇ। ਇਹ ਤਾਂ ਤੇਰੇ ਨਾਲ ਬਹੁਤ ਮਾੜਾ ਹੋਇਆ ਵੀਰ। ਤੂੰ ਹੌਸਲਾ ਰੱਖ ਵੀਰ।
ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਆ। ਤੂੰ ਤਾਂ ਸਾਡੇ ਲਈ ਮਿਸਾਲ ਆ। ਤੇ ਇੱਕ ਪਾਸੇ ਤੇਰਾ ਭਰਾ ਆ ਜਿਹਨੇ ਸਭ ਕੁਝ ਹੁੰਦਿਆਂ ਸੁਣਦਿਆਂ ਤੁਹਾਨੂੰ ਘਰੋਂ ਬਾਹਰ ਕੱਢ ਦਿੱਤਾ, ਤੇ ਦੂਜੇ ਪਾਸੇ ਤੂੰ ਅਪਾਹਜ ਹੁੰਦੇ ਹੋਏ ਵੀ ਗਰੀਬ ਬੇਸਹਾਰਾ ਲੋਕਾਂ ਦੀ ਸੇਵਾ ਕਰ ਰਿਹਾ। ਧੰਨ ਹੈ ਯਾਰ, ਧੰਨ ਹੈ ਤੂੰ। ਪਰ ਇੱਕ ਗੱਲ ਹੈ ਵੀਰ, ਜੇ ਚੰਗੇ ਦਿਨ ਨਹੀਂ ਰਹੇ, ਰਹਿਣੇ ਮਾੜੇ ਵੀ ਨਹੀਂ। ਤੇ ਮੇਰਾ ਸਤਿਗੁਰੂ ਕਾਂਸ਼ੀ ਵਾਲਾ ਨਾ ਸਾਰਾ ਕੁਝ ਜਾਣਦਾ, ਕਿਰਪਾ ਕਰੂਗਾ। ਬਸ ਉਹਦੇ ਤੇ ਇੱਕ ਭਰੋਸਾ ਬਣਾਈ ਰੱਖੀ, ਸਾਧ ਸੰਗਤ ਦੀ ਸੇਵਾ ਨਾ ਛੱਡੀ। ਸਤਨਾਮ ਸਿਆ, ਉਹ ਸਤਨਾਮ ਸਿਆ, ਮੈਂ ਤੈਨੂੰ ਕਿਹਾ ਸੀ ਨਾ ਮੇਰੀ ਫੈਕਟਰੀ ਦੇ ਵਿੱਚ ਕੋਈ ਰੱਬ ਦਾ ਨਾਂ ਨਾ ਲਵੀਂ। ਕਿਹਾ ਸੀ ਕਿ ਨਹੀਂ ਕਿਹਾ ਸੀ? ਉਹ ਰੱਬ ਦਿਆ ਬੰਦਿਆ, ਕੁਝ ਤਾਂ ਖੌਫ ਕਰ। ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਯਾਦ ਰੱਖੀ, ਇੱਕ ਦਿਨ ਸਾਰਾ ਹਿਸਾਬ ਇੱਥੇ ਹੀ ਦੇ ਕੇ ਜਾਣਾ ਪਊਗਾ। ਚੱਲ ਬਾਹਰ, ਐਵੇਂ ਛਿੱਤਰ ਖਾ ਕੇ ਜਾਊਂਗਾ। ਚੱਲ ਬਾਹਰ। ਮਾਲਕੋ, ਜੋ ਤੁਸੀਂ ਕਰ ਰਹੇ ਨਾ ਇਹ ਚੰਗਾ ਨਹੀਂ ਕਰ ਰਹੇ। ਜੇ ਤੁਸੀਂ ਦਾਨ ਨਹੀਂ ਦੇਣਾ ਤੇ ਨਾ ਦਿਓ, ਪਰ ਇਹੋ ਜਿਹੇ ਪਰਮਾਤਮਾ ਦੇ ਬੰਦਿਆਂ ਨੂੰ ਮੰਦਾ ਨਹੀਂ ਬੋਲੀਦਾ ਹੁੰਦਾ। ਉਹ ਬਹਿ ਜਾ ਆਰਾਮ ਨਾਲ, ਵੱਡਾ ਆਇਆ ਮੈਨੂੰ ਸਿਖਾਉਣ ਵਾਲਾ। ਤੂੰ ਹਰ ਵੇਲੇ ਰੱਬ ਰੱਬ ਕਰਦਾ ਰਹਿਣਾ ਆ। ਉਹ ਜੇ ਤੈਨੂੰ ਇੰਨਾ ਹੀ ਰੱਬ ਤੇ ਯਕੀਨ ਹੈਗਾ ਨਾ, ਤੇ ਫਿਰ ਮੈਨੂੰ ਸਾਬਤ ਕਰਕੇ ਵਿਖਾ ਕਿ ਰੱਬ ਹੈਗਾ ਇਸ ਦੁਨੀਆ ਤੇ ਉਹ ਕਿਵੇਂ ਤੇ ਕੀ ਚਮਤਕਾਰ ਕਰ ਸਕਦਾ ਹੈ। ਜਾ, ਤੈਨੂੰ ਕੱਲ ਤੱਕ ਦਾ ਸਮਾਂ ਦਿੱਤਾ। ਜੇ ਤੂੰ ਇੰਨਾ ਹੀ ਭਗਤ ਹੈ ਨਾ ਰੱਬ ਦਾ, ਤੇ ਉਹਨੂੰ ਕਹਿ ਮੇਰੀ ਸੋਚ ਬਦਲ ਕੇ ਵਿਖਾਵੇ, ਨਹੀਂ ਤੇ ਕੱਲ ਤੋਂ ਬਾਅਦ ਮੇਰੀ ਫੈਕਟਰੀ 'ਚ ਨਾ ਬੜੀ। ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ। ਜਾ, ਤੈਨੂੰ ਕੱਲ ਤੱਕ ਦਾ ਸਮਾਂ ਦਿੱਤਾ। ਜੇ ਤੂੰ ਇੰਨਾ ਹੀ ਭਗਤ ਹੈ ਨਾ ਰੱਬ ਦਾ, ਤੇ ਉਹਨੂੰ ਕਹਿ ਮੇਰੀ ਸੋਚ ਬਦਲ ਕੇ ਵਿਖਾਵੇ, ਨਹੀਂ ਤੇ ਕੱਲ ਤੋਂ ਬਾਅਦ ਮੇਰੀ ਫੈਕਟਰੀ 'ਚ ਨਾ ਬੜੀ। ਨਹੀਂ ਤੇ ਕੱਲ ਤੋਂ ਬਾਅਦ ਮੇਰੀ ਫੈਕਟਰੀ 'ਚ ਨਾ ਬੜੀ। ਜੇ ਤੂੰ ਇੰਨਾ ਹੀ ਭਗਤ ਹੈ ਨਾ ਰੱਬ ਦਾ, ਤੇ ਉਹਨੂੰ ਕਹਿ ਮੇਰੀ ਸੋਚ ਬਦਲ ਕੇ ਵਿਖਾਵੇ। ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ। ਕੀ ਗੱਲ ਅੱਜ ਬੜੀ ਜਲਦੀ ਆ ਗਏ ਜੀ? ਵੈਸੇ ਹੀ ਅੱਜ ਕੰਮ ਘੱਟ ਸੀ ਤਾਂ ਜਲਦੀ ਆ ਗਿਆ। ਤੁਸੀਂ ਆਪਣਾ ਕੰਮ ਕਰ ਲਓ, ਮੈਂ ਆਰਾਮ ਕਰ ਲਵਾਂ। ਤੂੰ ਹਰ ਵੇਲੇ ਰੱਬ ਰੱਬ ਕਰਦਾ ਰਹਿਣਾ ਹੈ। ਉਹ ਜੇ ਤੈਨੂੰ ਇੰਨਾ ਹੀ ਰੱਬ ਤੇ ਯਕੀਨ ਹੈਗਾ ਨਾ, ਤੇ ਫਿਰ ਮੈਨੂੰ ਸਾਬਤ ਕਰਕੇ ਵਿਖਾ ਕਿ ਰੱਬ ਹੈਗਾ ਇਸ ਦੁਨੀਆ ਤੇ ਉਹ ਕਿਵੇਂ ਤੇ ਕੀ ਚਮਤਕਾਰ ਕਰ ਸਕਦਾ ਹੈ। ਜਾ, ਤੈਨੂੰ ਕੱਲ ਤੱਕ ਦਾ ਸਮਾਂ ਦਿੱਤਾ। ਜੇ ਤੂੰ ਇੰਨਾ ਹੀ ਭਗਤ ਹੈ ਨਾ ਰੱਬ ਦਾ, ਤੇ ਉਹਨੂੰ ਕਹਿ ਮੇਰੀ ਸੋਚ ਬਦਲ ਕੇ ਵਿਖਾਵੇ, ਨਹੀਂ ਤੇ ਕੱਲ ਤੋਂ ਬਾਅਦ ਮੇਰੀ ਫੈਕਟਰੀ 'ਚ ਨਾ ਬੜੀ। ਬਾਪੂ ਜੀ ਦਾ ਸਾਈਕਲ। ਬਾਪੂ ਜੀ, ਅੱਜ ਤੁਸੀਂ ਇੰਨੀ ਜਲਦੀ ਘਰ ਕਿਵੇਂ ਆ ਗਏ? ਬਸ ਪੁੱਤ ਉਦਾਂ ਹੀ ਆ ਗਿਆ। ਅੱਗੇ ਤਾਂ ਕਦੀ ਆਏ ਨਹੀਂ ਇੰਨੀ ਜਲਦੀ, ਕੋਈ ਤਾਂ ਗੱਲ ਜ਼ਰੂਰ ਹੈ। ਸਿਮਰਨ ਪੁੱਤ, ਬਹੁਤੇ ਸਵਾਲ ਜਵਾਬ ਨਹੀਂ ਕਰੀਦੇ। ਤੂੰ ਜਾ ਕੇ ਕੱਪੜੇ ਬਦਲ ਤੇ ਬਾਪੂ ਜੀ ਨੂੰ ਆਰਾਮ ਕਰਨ ਦੇ। ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਰੰਗ ਕਰਤਾਰ ਦੇ,
रंग कर तार दे। ਸਿਮਰਨ ਦੇ ਬਾਪੂ ਆਜੋ ਰੋਟੀ ਖਾ ਲਓ। ਮੈਂ ਨਹੀਂ ਅਜੇ ਖਾਣੀ, ਤੁਸੀਂ ਖਾ ਲਓ, ਮੈਂ ਬਾਅਦ ਵਿੱਚ ਖਾ ਲਾਂਗਾ। रंग कर तार दे। ਕੀ ਗੱਲ ਸਿਮਰਨ ਦੇ ਬਾਪੂ, ਅੱਜ ਤੁਸੀਂ ਸਵੇਰ ਦੇ ਆਏ ਹੋ ਤੇ ਬੜਾ ਪਰੇਸ਼ਾਨ ਲੱਗ ਰਹੇ ਹੋ। ਨਹੀਂ ਨਹੀਂ ਸਿਮਰਨ ਦੀ ਮਾਂ, ਇਦਾਂ ਦੀ ਕੋਈ ਗੱਲ ਨਹੀਂ, ਮੈਂ ਕਿੱਥੇ ਪਰੇਸ਼ਾਨ ਹਾਂ। ਤੁਹਾਨੂੰ ਕੀ ਲੱਗਦਾ ਹੈ ਸਾਨੂੰ ਕੁਝ ਪਤਾ ਨਹੀਂ ਲੱਗਦਾ? ਅੱਜ ਜ਼ਰੂਰ ਫੈਕਟਰੀ 'ਚ ਕੋਈ ਗੱਲ ਹੋਈ ਹੈ ਜਿਹਦੇ ਕਰਕੇ ਤੁਹਾਨੂੰ ਘਰ ਜਲਦੀ ਆਉਣਾ ਪਿਆ। ਆ ਕਿੰਨੀ ਦੇਰ ਦੇ ਤੁਸੀਂ ਵਿਹੜੇ 'ਚ ਚੱਕਰ ਲਾਣ ਡੇ ਜੀ ਤੇ ਤੁਹਾਨੂੰ ਵੇਖ ਕੇ ਮੈਨੂੰ ਵੀ ਚਿੰਤਾ ਆਈ ਜਾਂਦੀ ਆ। ਕੁਛ ਨਹੀਂ ਹੋਇਆ, ਐਵੇਂ ਚਿੰਤਾ ਕਰੀ ਜਾਣ ਡਈ ਆ। ਚਿੰਤਾ ਕਿਉਂ ਨਾ ਕਰੀਏ, ਤੁਸੀਂ ਇੱਕ ਵਾਰੀ ਗੱਲ ਤੇ ਦੱਸੋ, ਸ਼ਾਇਦ ਅਸੀਂ ਕੋਈ ਹੱਲ ਕੱਢ ਸਕੀਏ। ਓਏ ਇਸ ਮਸਲੇ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਹੈ। ਦੁਨੀਆ 'ਚ ਐਸੀ ਕੋਈ ਵੀ ਗੱਲ ਨਹੀਂ ਹੈ ਬਾਪੂ ਜੀ ਜਿਹਦਾ ਕੋਈ ਹੱਲ ਨਾ ਹੋਵੇ। ਤੁਸੀਂ ਇੱਕ ਵਾਰ ਗੱਲ ਤੇ ਦੱਸੋ। ਜੇ ਤੁਸੀਂ ਦੋਵੇਂ ਇੰਨੀ ਜਿੱਦ ਕਰ ਰਹੀਆਂ ਨਾ ਤਾਂ ਸੁਣੋ। ਤੁਹਾਨੂੰ ਤਾਂ ਪਤਾ ਮੈਂ ਹਰ ਵੇਲੇ ਰੱਬ ਦਾ ਨਾਂ ਲੈਣਾ ਰਹਿਣਾ, ਪਰ ਮੇਰੇ ਮਾਲਕ ਨੂੰ ਮੇਰੀ ਇਹੋ ਗੱਲ ਬਿਲਕੁਲ ਪਸੰਦ ਨਹੀਂ। ਬਸ ਇਸੇ ਗੱਲ ਤੇ ਸਾਡੀ ਬਹਿਸ ਹੋ ਗਈ। ਮਾਲਕ ਨੇ ਮੈਨੂੰ ਕਿਹਾ ਕਿ ਜੇ ਤੂੰ ਇੰਨੇ ਹੀ ਰੱਬ ਦਾ ਭਗਤ ਆ ਨਾ ਤਾਂ ਸਾਬਤ ਕਰਕੇ ਦਿਖਾ ਕਿ ਦੁਨੀਆ 'ਚ ਅਸਲ 'ਚ ਰੱਬ ਹੈ ਤੇ ਉਹ ਕੀ ਕਰ ਸਕਦਾ ਆ। ਬਸ ਇੰਨੀ ਨਿੱਕੀ ਜਿਹੀ ਗੱਲ ਤੋਂ ਪਰੇਸ਼ਾਨ ਸੀ ਤੁਸੀਂ? ਸਿਮਰਨ ਪੁੱਤਰ, ਇਹ ਨਿੱਕੀ ਜਿਹੀ ਗੱਲ ਨਹੀਂ। ਮਾਲਕਾਂ ਨੇ ਮੈਨੂੰ ਕੱਲ ਸਵੇਰ ਤੱਕ ਦਾ ਟਾਈਮ ਦਿੱਤਾ। ਜਾਂ ਤਾਂ ਉਹ ਰੱਬ ਹੈ ਤਾਂ ਸਾਨੂੰ ਸਾਬਤ ਕਰਕੇ ਦਿਖਾ, ਨਹੀਂ ਤੇ ਕੱਲ ਨੂੰ ਕੰਮ ਤੇ ਨਾ ਬਣੀ। ਬਾਪੂ ਜੀ ਤੁਹਾਨੂੰ ਪਰਮਾਤਮਾ ਤੇ ਪੂਰਾ ਵਿਸ਼ਵਾਸ ਹੈ ਨਾ? ਹਾਂ ਪੁੱਤਰ, ਮੇਰੇ ਲਈ ਤਾਂ ਉਹੀ ਸਭ ਕੁਝ ਨੇ। ਫਿਰ ਕਿਸ ਗੱਲ ਦੀ ਫਿਕਰ? ਤੁਸੀਂ ਫਿਕਰ ਨਾ ਕਰੋ ਬਾਪੂ ਜੀ, ਪਰਮਾਤਮਾ ਆਪ ਹੀ ਕੋਈ ਨਾ ਕੋਈ ਰਾਹ ਜ਼ਰੂਰ ਦਿਖਾਉਣਗੇ। ਤੁਸੀਂ ਕੱਲ ਮੈਨੂੰ ਆਪਣੇ ਨਾਲ ਫੈਕਟਰੀ ਲੈ ਕੇ ਜਾਇਓ। ਜੇ ਤੁਸੀਂ ਕੋਈ ਜਵਾਬ ਨਾ ਦੇ ਸਕੇ ਤਾਂ ਮੈਂ ਜਵਾਬ ਦਵਾਂਗੀ। ਸਿਮਰਨ ਪੁੱਤਰ, ਮਾਲਕਾਂ ਸਵਾਲ ਦਾ ਜਵਾਬ ਦੇ ਦੇਂਗੀ ਨਾ? ਤੁਸੀਂ ਬੇਫਿਕਰ ਹੋ ਬਾਪੂ ਜੀ, ਮੈਂ ਸਭ ਸਾਂਭ ਲਵਾਂਗੀ। ਬਾ ਠੀਕ ਹੈ, ਹਾਂ ਠੀਕ ਹੈ, ਚੱਲ। रिक्की बेटा, बेटा जल्दी आ जा, स्कूल लिए लेट हो रहे हैं। जल्दी बैठ पीछे, चलिए। ਓਏ ਸਤਨਾਮ ਨਹੀਂ ਆਇਆ ਅਜੇ ਤੱਕ? ਜਨਾਬ ਆਊਗਾ ਵੀ ਕਿਹੜੇ ਮੂੰਹ ਨਾਲ? ਜਨਾਬ, ਕੱਲ ਤੁਸੀਂ ਸਵਾਲ ਹੀ ਉਹਦੇ ਕੋਲ ਇਹੋ ਜਿਹਾ ਪੁੱਛ ਲਿਆ, ਉਹਦੇ ਕੋਲ ਜਵਾਬ ਹੋਊਗਾ ਤੇ ਆਊਗਾ। ਜਨਾਬ ਸਤਨਾਮ ਆ ਗਿਆ। ਪਰ ਇਹ ਆਪਣੀ ਕੁੜੀ ਨੂੰ ਕਿਉਂ ਨਾਲ ਲੈ ਕੇ ਆਇਆ ਭਲਾ? ਜਨਾਬ ਕੱਲੇ ਨੂੰ ਡਰ ਲੱਗਦਾ ਹੋਣਾ। ਮਾਲਕੋ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ, ਤੇ ਤੁਹਾਨੂੰ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਨਾਮ, ਤੂੰ ਆਪਣੀ ਧੀ ਨੂੰ ਕਿਉਂ ਨਾਲ ਲੈ ਕੇ ਆਇਆ? ਮਾਲਕੋ ਤੁਸੀਂ ਕੱਲ ਪੁੱਛਿਆ ਸੀ ਨਾ ਕਿ ਇਸ ਦੁਨੀਆ ਤੇ ਰੱਬ ਹੈ। ਓਏ ਉਸੇ ਸਵਾਲ ਦੇ ਜਵਾਬ ਵਾਸਤੇ ਤਾਂ ਅਸੀਂ ਸਾਰੇ ਇੱਥੇ ਬੈਠੇ ਹੋਏ ਹਾਂ। ਉਹ ਸਵਾਲ ਦਾ ਜਵਾਬ ਮੈਂ ਬੇਸ਼ੱਕ ਨਾ ਦੇ ਸਕਾਂ, ਮੇਰੀ ਬੇਟੀ ਸਿਮਰਨ ਦੇਗੀ। ਆ ਨਿੱਕੀ ਜਿਹੀ ਕੁੜੀ। ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ ਅੰਕਲ ਜੀ? ਤੁਹਾਡਾ ਇਹੀ ਸਵਾਲ ਸੀ ਨਾ ਕਿ ਦੁਨੀਆ ਤੇ ਰੱਬ ਹੈ ਜਾਂ ਨਹੀਂ, ਤੇ ਮੇਰਾ ਜਵਾਬ ਹੈ ਹਾਂ। ਹਾਂ, ਸਵਾਲ ਤਾਂ ਇਹੋ ਹੀ ਆ, ਪਰ ਤੁਹਾਡਾ ਸਾਬਤ ਕਰਨਾ ਬਾਕੀ ਆ। ਮੇਰਾ ਜਵਾਬ ਹੈ ਕਿ ਇਸ ਦੁਨੀਆ ਤੇ ਰੱਬ ਹੈ ਤੇ ਉਹੀ ਇਸ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਇਸ ਸ੍ਰਿਸ਼ਟੀ ਦੇ ਕਣ ਕਣ 'ਚ ਬਿਰਾਜਮਾਨ ਹੈ। ਉਹਦੀ ਮਰਜ਼ੀ ਤੋਂ ਬਿਨਾਂ ਤਾਂ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਤੇ ਉਹ ਮੁਸੀਬਤ ਆਉਣ ਤੇ ਹਮੇਸ਼ਾ ਆਪਣੇ ਭਗਤਾਂ ਦੇ ਅੰਗ ਸੰਗ ਹੋ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਅਸੀਂ ਹੰਕਾਰਵਸ ਹੋ ਕੇ ਉਹਦੀ ਹੋਂਦ ਤੋਂ ਇਨਕਾਰੀ ਹੋ ਸਕਦੇ ਹਾਂ, ਪਰ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਸਗੋਂ ਉਹ ਤਾਂ ਦਿਆਲੂ ਹੈ ਅਤੇ ਅਣਜਾਣ ਬੱਚੇ ਸਮਝ ਕੇ ਸਾਡੀਆਂ ਸਾਰੀਆਂ ਭੁੱਲਾਂ ਮਾਫ ਕਰ ਦਿੰਦਾ ਹੈ ਤੇ ਸਦਾ ਆਪਣੀ ਕਿਰਪਾ ਬਣਾਈ ਰੱਖਦਾ ਹੈ। ਤੇ ਰਹੀ ਗੱਲ ਸਾਬਿਤ ਕਰਨ ਦੀ,
ਤਾਂ ਅਸੀਂ ਇਹ ਸਾਬਿਤ ਕਰਨ ਦੇ ਕਾਬਿਲ ਨਹੀਂ। ਵਕਤ ਆਉਣ ਤੇ ਉਹ ਪਰਮਾਤਮਾ ਆਪ ਹੀ ਸਾਬਿਤ ਕਰੇਗਾ। ਇਹ ਤਾਂ ਕੋਈ ਜਵਾਬ ਨਹੀਂ ਨਾ ਹੋਇਆ। ਮੈਨੂੰ ਸਾਬਤ ਕਰਕੇ ਵਿਖਾਓ। ਸਾਬਤ? ਹਾਂ। ਹੈਲੋ, ਕੀ ਹੋਇਆ ਕਾਜਲ? ਤੂੰ ਰੋ ਕਿਉਂ ਰਹੀ ਹੈ? ਤੁਸੀਂ ਜਲਦੀ ਆ ਜਾਓ, ਸਾਡਾ ਐਕਸੀਡੈਂਟ ਹੋ ਗਿਆ। ਐਕਸੀਡੈਂਟ? ਉਹ ਕਿਵੇਂ? ਮੈਂ ਰਿੰਕੀ ਨੂੰ ਸਕੂਲ ਲੈ ਕੇ ਜਾ ਰਹੀ ਸੀ, ਪਿੱਛੋਂ ਟਰੱਕ ਨੇ ਟੱਕਰ ਮਾਰ ਦਿੱਤੀ। ਰਿੱਕੀ ਕਿਵੇਂ? ਤੁਸੀਂ ਇਹ ਸਭ ਨਾ ਪੁੱਛੋ, ਤੁਸੀਂ ਰਿਆਨ ਹਸਪੀਟਲ ਆ ਜਾਓ ਬਸ। ਤੂੰ ਟੈਨਸ਼ਨ ਨਾ ਲੈ ਕਾਜਲ, ਮੈਂ ਆ ਰਿਹਾ। ਜਲਦੀ ਆ ਜਾਓ। ਗੁਰਦੀਪ, ਗੱਡੀ ਕੱਢ, ਜਲਦੀ ਕਰ। ਕੀ ਹੋਇਆ ਮਾਲਕੋ, ਸਭ ਠੀਕ ਤਾਂ ਹੈ? ਮੇਰੀ ਪਤਨੀ ਤੇ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ, ਉਹ ਹਸਪਤਾਲ ਦੇ ਵਿੱਚ ਨੇ। ਪ੍ਰਮਾਤਮਾ ਮਿਹਰ ਕਰੀ। ਪ੍ਰਮਾਤਮਾ ਕਾਜਲ, ਕਾਜਲ ਤੂੰ ਠੀਕ ਤਾਂ ਹੈ ਨਾ? ਰਿੱਕੀ ਕਿੱਥੇ ਹੈ? ਰਿੱਕੀ ਦਾ ਅੰਦਰ ਟ੍ਰੀਟਮੈਂਟ ਚੱਲ ਰਿਹਾ ਹੈ, ਪਤਾ ਨਹੀਂ ਕਿਸ ਹਾਲ ਚ ਹੋਣਾ ਹੈ ਮੇਰਾ ਪੁੱਤ। ਰਿੱਕੀ ਠੀਕ ਤੇ ਹੈ ਨਾ? ਕਾਜਲ ਬਸ ਚੁੱਪ ਕਰ ਜਾ ਕਾਜਲ, ਸਭ ਠੀਕ ਹੋ ਜਾਊਗਾ, ਘਬਰਾ ਨਾ। ਤੁਸੀਂ ਇੱਥੇ ਕੀ ਕਰਨ ਆਏ ਆ? ਡਾਕਟਰ ਸਾਹਿਬ ਮੇਰਾ ਬੇਟਾ ਕਿਵੇਂ ਆ? ਡਾਕਟਰ ਸਾਹਿਬ, ਡਰਨ ਦੀ ਕੋਈ ਗੱਲ ਨਹੀਂ, ਉਹ ਬਿਲਕੁਲ ਠੀਕ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਮੇਰੇ ਬੇਟੇ ਦੀ ਜਾਨ ਬਚਾਈ। ਧੰਨਵਾਦ ਮੇਰਾ ਨਹੀਂ, ਜੇ ਕਰਨਾ ਹੈ ਤੇ ਸਰਦਾਰ ਜੀ ਦਾ ਕਰੋ। ਜੇ ਕਿਤੇ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਤੇ ਬੱਚੇ ਨੂੰ ਕੁਝ ਵੀ ਹੋ ਸਕਦਾ ਸੀ। ਤੁਸੀਂ ਇਹ ਕੀ ਕਹਿ ਰਹੇ ਹੋ ਡਾਕਟਰ ਸਾਹਿਬ? ਭਲਾ ਇਹ ਕਿਵੇਂ ਹੋ ਸਕਦਾ ਹੈ? ਸਤਨਾਮ ਤੇ ਹੁਣੇ ਮੇਰੇ ਨਾਲ ਆਇਆ। ਨਹੀਂ ਵੀਰ ਜੀ, ਇਹੀ ਸਰਦਾਰ ਜੀ ਤੁਹਾਡੀ ਪਤਨੀ ਤੇ ਬੱਚੇ ਨੂੰ ਨਾਲ ਲੈ ਕੇ ਆਏ ਸੀ। ਡਾਕਟਰ ਸਾਹਿਬ ਠੀਕ ਕਹਿ ਰਹੇ ਨੇ, ਮੈਂ ਭਲਾ ਇਹ ਚਿਹਰਾ ਕਿਵੇਂ ਭੁੱਲ ਸਕਦੀ ਆ? ਸਾਨੂੰ ਇਹ ਵੀਰ ਜੀ ਹਸਪਤਾਲ ਵਿੱਚ ਲੈ ਕੇ ਆਏ ਨੇ। ਇਹ ਕਿਵੇਂ ਹੋ ਸਕਦਾ ਡਾਕਟਰ ਸਾਹਿਬ? ਜਦੋਂ ਫੋਨ ਆਇਆ ਉਸ ਵੇਲੇ ਤਾਂ ਸਤਨਾਮ ਸਿੰਘ ਮੇਰੇ ਨਾਲ ਹੀ ਸੀ। ਫਿਰ ਇੱਕ ਬੰਦਾ ਇੱਕ ਵੇਲੇ ਦੋ ਜਗ੍ਹਾ ਕਿਵੇਂ ਹੋ ਸਕਦਾ? ਇਹ ਚਮਤਕਾਰ ਕਿਵੇਂ ਹੋ ਗਿਆ? ਦੇਖਿਆ ਅੰਕਲ, ਮੈਂ ਕਿਹਾ ਸੀ ਨਾ ਕਿ ਸਾਨੂੰ ਸਾਬਤ ਕਰਨ ਦੀ ਕੋਈ ਲੋੜ ਨਹੀਂ, ਪਰਮਾਤਮਾ ਆਪ ਹੀ ਸਾਬਤ ਕਰੇਗਾ। ਤੁਸੀਂ ਮੇਰੇ ਸਤਿਗੁਰ ਦੀ ਪ੍ਰੀਖਿਆ ਲੈ ਰਹੇ ਸੀ ਨਾ, ਹੁਣ ਆਪਣੇ ਅੱਖੀ ਦੇਖ ਲਿਆ ਨਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਚਮਤਕਾਰ। ਮਾਲਕੋ, ਤੁਸੀਂ ਵੀ ਬਹੁਤ ਹੰਕਾਰ ਕਰ ਰਹੇ ਸੀ, ਪ੍ਰਮਾਤਮਾ ਦੀ ਹੋਂਦ ਤੇ ਸ਼ੱਕ ਕਰਦੇ ਸੀ। ਹੁਣ ਤਾਂ ਯਕੀਨ ਹੋ ਗਿਆ, ਇਸ ਦੁਨੀਆ ਤੇ ਰੱਬ ਹੈ, ਉਹੀ ਸਭ ਦਾ ਕਰਤਾ ਧਰਤਾ ਹੈ। ਤੁਹਾਡੀ ਪਤਨੀ ਤੇ ਬੱਚੇ ਨੂੰ ਬਚਾਉਣ ਵਾਲਾ ਉਹ ਇਨਸਾਨ ਮੈਂ ਨਹੀਂ ਸੀ, ਬਲਕਿ ਪਰਮ ਪਿਤਾ ਪਰਮਾਤਮਾ ਦੁਆਰਾ ਭੇਜਿਆ ਹੋਇਆ ਕੋਈ ਮੇਰਾ ਹੀ ਦੂਜਾ ਰੂਪ ਸੀ। ਸਤਨਾਮ ਸਿਆ, ਪੁੱਤ ਸਿਮਰਨ, ਮੈਨੂੰ ਮਾਫ ਕਰ ਦਿਓ। ਅੱਜ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਂ ਮੂਰਖ ਸੀ ਜਿਹੜਾ ਪਰਮਾਤਮਾ ਦੀ ਹੋਂਦ ਤੇ ਸ਼ੱਕ ਕਰਦਾ ਰਿਹਾ। ਬਾਊ ਜੀ, ਮਾਫੀ ਨਾ ਮੰਗੋ, ਦਇਆ ਮੰਗੋ। ਮੇਰੇ ਸਤਿਗੁਰ ਤਾਂ ਸਭਨਾਂ ਤੇ ਦਇਆ ਕਰਨ ਵਾਸਤੇ ਆਏ ਹੋਏ ਸਨ। ਗੁਰਬਾਣੀ ਦੇ ਵਿੱਚ ਥਾਂ ਲਿਖਿਆ ਆਇਆ, ਸਭ ਧਰਤੀ ਕਾਗਜ਼ ਕਰੂੰ ਲੇਖਨ ਕੋ ਬੰਦਰਾਏ, ਸਾਤ ਸਿੰਧ ਕੀ ਮਸ ਕਰੂੰ ਗੁਰਗੁਣ ਲਿਖਾ ਨਾ ਜਾਏ, ਗੁਰਗੁਣ ਲਿਖਾ ਨਾ ਜਾਏ। ਹੇ ਮੇਰੇ ਸਤਿਗੁਰੂ, ਮੈਂ ਹੰਕਾਰ ਬਸ ਬਹੁਤ ਸਾਰੀਆਂ ਭੁੱਲਾਂ ਕੀਤੀਆਂ, ਬਹੁਤ ਸਾਰੇ ਲੋਕਾਂ ਨੂੰ ਬੁਰਾ ਭਲਾ ਕਿਹਾ, ਇੱਥੋਂ ਤੱਕ ਕਿ ਮੈਂ ਤੁਹਾਡੇ ਬਾਰੇ ਵੀ ਬਹੁਤ ਗਲਤ ਬੋਲਿਆ। ਪਰ ਅੱਜ ਮੈਂ ਤੁਹਾਡੀ ਮਹਿਮਾ ਜਾਣ ਗਿਆ ਹਾਂ। ਤੁਹਾਡੇ ਕੋਲੋਂ ਆਪਣੇ ਸਾਰੇ ਗੁਨਾਹਾਂ ਦੀ ਮਾਫੀ ਮੰਗਦਾ ਹਾਂ ਸਤਿਗੁਰੂ। ਹੁਣ ਤਾਂ ਬਸ ਤੁਸੀਂ ਹੀ ਮੈਨੂੰ ਪਾਰ ਲੰਘਾ ਸਕਦੇ ਹੋ। ਮੈਨੂੰ ਮਾਫ ਕਰ ਦਿਓ ਸਤਿਗੁਰੂ, ਮੈਨੂੰ ਮਾਫ ਕਰ ਦਿਓ ਸਤਿਗੁਰੂ। ਜੋ ਬੋਲੇ ਸੋ ਨਿਰਭੈ। ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਰੰਗ ਕਰਤਾਰ ਦੇ, ਰੰਗ ਕਰਤਾਰ ਦੇ, ਜਦ ਬਰਸਦੇ ਨੇ ਤਾਂ ਸਭ ਦੁੱਖ ਦੂਰ ਕਰ ਦਿੰਦੇ ਨੇ।
जद बरसदे ने तां सब दुख दूर कर दिंदे ने रंग करता रंग करतार दे रंग करतार दे रंग करतार दे रंग करतार दे रंग करतार